अपना नेम ते फेम ते अपनी शोहरत बनाने वास्ते, अपने आप ਨੂੰ ਪਾਵਰਫੁਲ ਬਣਾਉਣ ਵਾਸਤੇ ਮਤਲਬ ਇਹੋ ਜਿਹੀ ਘਟੀਆ ਹਰਕਤਾਂ ਕਰਦੇ ਨੇ ਕਿ ਜਿੱਥੇ ਜਾ ਕੇ ਇਨਸਾਨੀਅਤ ਵੀ ਖਤਮ ਹੋ ਜਾਂਦੀ ਹੈ। ਦੱਸੋ, ਮੈਨੂੰ ਇੱਕ ਸਮਝ ਨਹੀਂ ਆਈ। ਮੈਂ ਤੁਹਾਡੇ ਚੈਨਲ ਰਾਹੀਂ ਵੇਖਿਆ ਕਿ ਤੁਸੀਂ ਵੇਖੋ ਇੱਕ ਲਾਸ਼ ਨੂੰ ਅੰਦਰ ਰੱਖਿਆ ਹੋਇਆ ਹਸਪਤਾਲ ਦੇ ਵਿੱਚ ਕਿ ਬਈ ਉਦੋਂ ਤੱਕ ਬਾਹਰ ਨਹੀਂ ਕੱਢਣਾ ਜਦ ਤੱਕ 3.5 ਲੱਖ ਰੁਪਈਆ ਬਿੱਲ ਨਹੀਂ ਦਿਓਗੇ। ਅੱਜ ਸਾਡੇ ਵੱਲ ਕੋਈ ਵੀ ਬਗਾਨਾ ਦੇਸ਼ ਜਾਂ ਬਗਾਨਾ ਮੁਲਕ ਸਾਡੇ ਵੱਲ ਮੂੰਹ ਨਹੀਂ ਕਰ ਸਕਦਾ, ਜਿਵੇਂ ਪਾਕਿਸਤਾਨ ਹੈ, ਚੀਨ ਹੈ। ਦੱਸੋ, ਤੁਸੀਂ ਉਹਨਾਂ ਨਾਲ ਧੋਖਾ ਕਰ ਰਹੇ ਹੋ ਜਿਹੜਾ ਕਿ ਦਿਨ ਰਾਤ ਇੱਕ ਕਰਕੇ ਆਪਣੇ ਪਰਿਵਾਰ ਛੱਡ ਕੇ ਤੇ ਦੇਸ਼ ਦੀ ਸੁਰੱਖਿਆ ਵਾਸਤੇ ਬਾਰਡਰਾਂ 'ਤੇ ਬੈਠੇ ਨੇ। ਵੱਡੀ ਅਫਸੋਸ ਵਾਲੀ ਗੱਲ ਹੈ, 2 FIR ਹੋਈਆਂ ਜੀ। ਇੱਕ FIR 199 ਪਠਾਨਕੋਟ ਦੇ ਵਿੱਚ ਹੋਈ ਹੈ, ਇੱਕ FIR 184 ਨੰਬਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ। FIR ਜਿਹੜੀ ਹੈ ਉਹਦੇ ਵਿੱਚ ਸੇਮ ਧਾਰਾ, ਸੇਮ ਸਾਰਾ ਸਿਸਟਮ ਬਣਾਇਆ ਇਹਨਾਂ ਨੇ, ECHS ਘੁਟਾਲਾ ਹੋਇਆ, ਸਭ ਕੁਝ ਹੋਇਆ, ਲੇਕਿਨ ਉਹਦੇ ਵਿੱਚ ਫਿਰ ਉਹ ਸਾਰੇ ਹਜੇ ਤੱਕ ਬਾਹਰ ਨੇ। ਉਹ ਕਹਿੰਦੇ ਜੀ ਸਾਨੂੰ ਕਲੀਨ ਚਿੱਟ ਦਿੱਤੀ, ਲੇਕਿਨ ਮੈਂ ਸਮਝਦਾ ਨਹੀਂ ਕਲੀਨ ਚਿੱਟ ਦਿੱਤੀ ਕਿੰਨੇ, ਇਹਨਾਂ ਨੂੰ ਕਿੰਨੇ ਦਿੱਤੀ। ਸਾਡੇ ਵਰਗੇ ਜੇ ਸੱਚਾਈ ਬੋਲਣਗੇ ਤੇ ਸਾਨੂੰ ਧਮਕੀਆਂ ਆਉਂਦੀਆਂ ਨੇ, ਸਾਨੂੰ ਕਿਹਾ ਜਾਂਦਾ ਹੈ ਕਿ ਬਈ ਤੇਰੇ ਪਰਿਵਾਰ ਨੂੰ ਤੇ ਤੈਨੂੰ 15 ਦਿਨਾਂ ਦੇ ਅੰਦਰ ਮਾਰ ਦਿਆਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਾਈਵ ਭਾਰਤ ਤੇ ਲਾਈਵ ਭਾਰਤ ਅੱਜ ਫਿਰ ਇੱਕ ਨਵਾਂ ਟੌਪਿਕ ਲੈ ਕੇ ਆਇਆ ਤੁਹਾਡੇ ਲਈ। ਡਾਕਟਰ ਅਵਤਾਰ ਸਿੰਘ ਦਾ ਅਮਨਦੀਪ ਹਸਪੀਟਲ ਦੇ ਬਾਰੇ, ਜਿਸ ਤਰ੍ਹਾਂ ਕਿ ਕੱਲ ਤੁਸੀਂ ਖਬਰ ਦੇਖੀ ਅਮਨਦੀਪ ਹਸਪੀਟਲ ਦੀ ਖਬਰ, ਜਿਸ ਦੇ ਵਿੱਚ ਆਪਾਂ ਦਿਖਾਇਆ ਹੈ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਦੀ ਬੋਡੀ ਰੱਖੀ ਹੋਈ ਸੀ, ਉਸ ਨੂੰ ਬੋਡੀ ਦੇਣਾ ਤੇ ਦੂਰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਸੀ। ਲਾਈਵ ਭਾਰਤ ਦੀ ਕਵਰੇਜ ਹੋਈ, ਉੱਥੇ ਪੁਲਿਸ ਡਿਪਾਰਟਮੈਂਟ ਵੀ ਗਿਆ। ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨਾਲ ਅੱਜ ਗੱਲਬਾਤ ਕਰਨ ਤੇ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਬੋਡੀ ਦੇ ਦਿੱਤੀ ਗਈ ਹੈ। 3 ਲੱਖ ਦਾ ਬਿੱਲ ਮਹਿਜ 30,000 ਰੁਪਏ 'ਚ ਇਹਨਾਂ ਨੇ ਫਾਈਨਲ ਕਰਕੇ ਪਰਿਵਾਰਾਂ ਨੂੰ ਬੋਡੀ ਦੇ ਦਿੱਤੀ ਹੈ, ਮਾਮਲਾ ਖਤਮ ਕਰ ਦਿੱਤਾ ਹੈ। ਪਰ ਇੱਕ ਮਾਮਲਾ ਜੋ ਹਜੇ ਤੱਕ ਖਤਮ ਨਹੀਂ ਹੋ ਰਿਹਾ, ਉਸ ਮਾਮਲੇ ਦੀ ਆਵਾਜ਼ ਬੁਲੰਦ ਕਰਨ ਵਾਲੇ ਗੁਰਮੀਤ ਸਿੰਘ ਬੱਬਲੂ ਅੱਜ ਸਾਡੇ ਨਾਲ ਮੌਜੂਦ ਹਨ। ਜੋ ਮਾਮਲਾ ਹੈ ਪਠਾਨਕੋਟ ਵਿਖੇ ECHS ਘੁਟਾਲੇ ਦਾ, ਜਿਸ ਦੇ ਵਿੱਚ ਅਮਨਦੀਪ ਹਸਪੀਟਲ ਦੇ ਡਾਇਰੈਕਟਰ ਸ਼ਹਿਬਾਜ਼, ਡਾਕਟਰ ਅਵਤਾਰ ਸਿੰਘ, ਅਮਨਦੀਪ ਕੌਰ ਤੇ ਨਾਲ 2 ਹੋਰ ਮੈਨੇਜਮੈਂਟ ਦੇ ਬੰਦੇ, 5 ਬੰਦਿਆਂ ਨੂੰ ਜੇਲ੍ਹ ਹੋ ਜਾਂਦੀ ਹੈ। ਜੇਲ੍ਹ ਦੀ ਹਵਾ ਖਾਣ ਲਈ ਇਹ ਮਜਬੂਰ ਹੋ ਜਾਂਦੇ ਹਨ। ਈਵਨ ਕਿ ਹਾਈ ਕੋਰਟ ਦੇ ਜੱਜ ਨੂੰ ਸਪੈਸ਼ਲ ਆਰਡਰ ਦੇਣੇ ਪੈਂਦੇ ਇਹਨਾਂ ਦੀ FIR ਦੇ ਉੱਤੇ ਕਿ ਲੋਕਲ ਪੁਲਿਸ FIR ਵੀ ਨਹੀਂ ਕਰਦੀ। ਕੀ ਇਹ ਸੱਚ ਹੈ ਕਿ ਲੋਕਲ ਪੁਲਿਸ FIR ਵੀ ਨਹੀਂ ਕਰਦੀ ਤੇ ਹਾਈ ਕੋਰਟ ਦੇ ਜੱਜ ਦੇ ਆਰਡਰ ਤੋਂ ਬਾਅਦ FIR ਹੁੰਦੀ ਹੈ? ਸਭ ਤੋਂ ਪਹਿਲਾਂ ਤਾਂ ਮੈਂ ਲਾਈਵ ਭਾਰਤ ਦਾ ਬਹੁਤ ਧੰਨਵਾਦ ਕਰਦਾ ਕਿ ਹਮੇਸ਼ਾ ਸੱਚ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕਰਦੇ ਹੋ। ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਇੱਕ ਮੀਡੀਆ ਜਿਹੜਾ ਕਿ ਚੌਥਾ ਸਥਾਨ ਮੰਨਿਆ ਜਾਂਦਾ ਹੈ ਸਾਰੇ ਭਾਰਤ ਦੇਸ਼ ਦੇ ਵਿੱਚ, ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ, ਜਿਹੜਾ ਕਿ ਮੀਡੀਆ ਨੂੰ ਚੌਥਾ ਸਤੰਭ ਮੰਨਿਆ ਜਾਂਦਾ ਆਪਣਾ, ਕਿ ਸੱਚਾਈ ਦਾ ਸਬੂਤ ਦਿੰਦੇ ਹੋ ਤੁਸੀਂ। ਹੋਰ ਇਹਦੇ ਵਿੱਚ ਮੈਂ ਇੱਕ ਥੋੜ੍ਹਾ ਜਿਹਾ ਮਨ 'ਚ ਮੇਰੇ ਗਰਜ ਜਾਂਦਾ ਹੈ ਕਿ ਕੁਛ ਮੀਡੀਆ ਚੈਨਲਸ ਜਾਂ ਕੁਛ ਮੀਡੀਆ ਵਾਲੇ ਸਾਡੇ ਵੀਰ ਜਿਹੜੇ ਕਿ ਸੱਚਾਈ ਨੂੰ ਸਾਹਮਣੇ ਨਹੀਂ ਲੈ ਕੇ ਆਉਂਦੇ, ਅਤੇ ਮੈਂ ਹਮੇਸ਼ਾ ਸਲੂਟ ਮਾਰਾਂਗਾ ਉਹਨਾਂ ਚੈਨਲਾਂ ਨੂੰ ਜਿਹੜੇ ਕਿ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ। ਨਹੀਂ, ਸਾਨੂੰ ਵੀ ਸਵੇਰੇ ਇੱਕ ਮੀਡੀਆ ਪਰਸਨ ਦਾ ਹੀ ਫੋਨ ਆਇਆ ਸੀ, ਕਹਿੰਦੇ ਖਬਰ ਡਿਲੀਟ ਕਰ ਦਿਓ। ਚਲੋ ਜੀ, ਉਹ ਤੁਹਾਡੇ ਪਰਸਨਲ ਰਿਲੇਸ਼ਨ ਜਾਂ ਪਰਸਨਲ ਤੁਹਾਡੀਆਂ ਆਪਣੀਆਂ ਹੋਣਗੀਆਂ ਜਿਹੜੇ ਕਿ ਖਬਰ ਕਿਉਂ ਡਿਲੀਟ ਕਰੀਏ। ਐਟਲੀਸਟ ਜੇ ਅਸੀਂ ਸੱਚ ਨੂੰ ਬੁਲੰਦ ਨਹੀਂ ਕਰਾਂਗੇ, ਸੱਚਾਈ ਸਾਹਮਣੇ ਨਹੀਂ ਲੈ ਕੇ ਆਵਾਂਗੇ, ਮੈਂ ਸਮਝਦਾ ਕਿ ਜੇ ਅਸੀਂ ਸੱਚਾਈ ਸਾਹਮਣੇ ਨਾ ਲੈ ਕੇ ਆਵਾਂਗੇ, ਦੇਸ਼ ਵਾਸੀਆਂ ਦੇ ਵਿੱਚ ਜਿਹੜੀ ਇੱਕ ਡਾਕਟਰਾਂ ਦੇ ਵਾਸਤੇ ਇੱਕ ਖੌਫ, ਇੱਕ ਦਰਿੰਦਗੀ ਦਾ ਪੈਦਾ ਹੁੰਦਾ ਪਿਆ, ਉਹਨਾਂ ਡਾਕਟਰਾਂ ਨੂੰ ਵੀ ਮੁਸ਼ਕਿਲ ਆਉਂਦੀ ਪਈ ਜਿਹੜੇ ਕਿ ਸਮਾਜ ਸੇਵਕ ਦੇ ਉੱਘੇ ਬੰਦੇ ਨੇ, ਜਿਹੜੇ ਕਿ ਸੱਚ ਨੂੰ ਸੱਚ ਸਮਝਦੇ ਨੇ ਅਤੇ ਆਪਣੇ ਪੇਸ਼ੈਂਟ ਨੂੰ ਵਧੀਆ ਤਰੀਕੇ ਨਾਲ ਟਰੀਟ ਕਰਦੇ ਨੇ। ਅਤੇ ਕਈ ਉਹ ਡਾਕਟਰ ਜਿਹੜੇ ਰੱਬ ਦਾ ਰੂਪ ਹੈਗੇ ਨੇ, ਉਹਨਾਂ ਦੀ ਇਮੇਜ ਖਰਾਬ ਹੁੰਦੀ ਹੈ, ਅਤੇ ਮੈਂ ਨਹੀਂ ਚਾਹੁੰਦਾ ਕਿ ਇਹੋ ਜਿਹਾ ਕੰਮ ਹੋਣਾ ਚਾਹੀਦਾ। ਮੈਂ ਉਹਨਾਂ ਡਾਕਟਰਾਂ ਨੂੰ ਵੀ ਕਹੂੰਗਾ ਕਿ ਤੁਸੀਂ ਬੇਖੌਫ ਹੋ ਕੇ ਆਪਣਾ ਕੰਮ ਕਰੋ, ਜਿਹੜੇ ਤੁਸੀਂ ਇਮਾਨਦਾਰੀ ਦੇ ਨਾਲ ਚੱਲਦੇ ਪਏ ਹੋ। ਤੁਹਾਨੂੰ ਲੋਕੀ ਰੱਬ ਸਮਝਦੇ ਨੇ ਅਤੇ ਤੁਸੀਂ ਰੱਬ ਬਣ ਕੇ ਰਹੋ ਸਾਡੇ ਵਾਸਤੇ। ਇਮੇਜ ਖਰਾਬ ਤੇ ਆਪਣੇ ਹੱਥ ਹੀ ਕੀਤੀ ਜਾਂਦੀ ਹੈ। ਜਦੋਂ ਉਹ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ, ਪਰਿਵਾਰਿਕ ਮੈਂਬਰਾਂ ਦਾ, ਮੀਡੀਆ ਉਹਨਾਂ ਦੀ ਕਵਰੇਜ ਕਰਦਾ, ਉਹਨਾਂ ਦੀ ਬਾਈਟ ਲੈਂਦਾ, ਪੱਖ ਲੈਣ ਦੇ ਲਈ ਅਸੀਂ ਬਾਰ-ਬਾਰ ਕੋਸ਼ਿਸ਼ ਕਰਦੇ ਹਾਂ, ਪਰ ਬਾਹਰ ਇਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਅੰਦਰ ਨਹੀਂ ਜਾਣ ਦਿੰਦੇ, ਸਾਨੂੰ ਐਂਟਰੀ ਨਹੀਂ ਕਰਨ ਦਿੰਦੇ, ਮਨਾ ਕਰ ਦਿੰਦੇ ਆ। ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਤਾਂ ਜ਼ਰੂਰ ਹੋਏਗੀ ਨਾ, ਜਿਸ ਕਰਕੇ ਤੁਸੀਂ ਮੀਡੀਆ ਸਾਹਮਣੇ ਨਹੀਂ ਆ ਰਹੇ। ਦੇਖੋ, ਮੈਂ ਇੱਕ ਚੀਜ਼ ਸਮਝਦਾ ਕਿ ਡਾਕਟਰ ਪ੍ਰੋਫੈਸ਼ਨ ਜਿਹੜਾ ਨਾ, ਮਤਲਬ ਰੱਬ ਤੋਂ ਬਾਅਦ ਡਾਕਟਰਾਂ ਨੂੰ ਹੀ ਰੱਬ ਮੰਨਿਆ ਜਾਂਦਾ ਕਿ ਬਈ ਇਸੇ ਦੇ ਆਸਰੇ ਜਦੋਂ ਅਸੀਂ ਹਸਪਤਾਲ 'ਚ ਚਲੇ ਜਾਂਦੇ ਹਾਂ ਜਾਂ ਅਸੀਂ ਮੰਦਰ ਗੁਰਦੁਆਰੇ ਚਲੇ ਜਾਂਦੇ ਹਾਂ, ਮਤਲਬ ਅਸੀਂ ਅਰਦਾਸ ਕਰਦੇ ਹਾਂ ਕਿ ਵੀ ਸਾਡਾ ਜਿਹੜਾ ਜੀ ਹੈ ਹਸਪਤਾਲ 'ਚ ਗਿਆ ਉਹ ਠੀਕ ਠਾਕ ਘਰ ਵਾਪਸ ਆਵੇ। ਲੇਕਿਨ ਕੁਛ ਡਾਕਟਰ ਅੰਮ੍ਰਿਤਸਰ ਦੇ ਵਿੱਚ ਖਾਸ ਕਰ ਆਪਣਾ ਨੇਮ ਤੇ ਫੇਮ ਤੇ ਆਪਣੀ ਸ਼ੋਹਰਤ ਬਣਾਉਣ ਵਾਸਤੇ, ਆਪਣੇ ਆਪ ਨੂੰ
ਪਾਵਰਫੁਲ ਬਣਾਉਣ ਵਾਸਤੇ ਮਤਲਬ ਇਹੋ ਜਿਹੀ ਘਟੀਆ ਹਰਕਤਾਂ ਕਰਦੇ ਨੇ ਕਿ ਜਿੱਥੇ ਜਾ ਕੇ ਇਨਸਾਨੀਅਤ ਵੀ ਖਤਮ ਹੋ ਜਾਂਦੀ ਹੈ। ਦੱਸੋ ਮੈਨੂੰ ਇੱਕ ਸਮਝ ਨਹੀਂ ਆਈ। ਮੈਂ ਤੁਹਾਡੇ ਚੈਨਲ ਰਾਹੀਂ ਵੇਖਿਆ ਕਿ ਤੁਸੀਂ ਵੇਖੋ ਇੱਕ ਲਾਸ਼ ਨੂੰ ਅੰਦਰ ਰੱਖਿਆ ਹੋਇਆ ਹਸਪਤਾਲ ਦੇ ਵਿੱਚ ਕਿ ਬਈ ਉਦੋਂ ਤੱਕ ਬਾਹਰ ਨਹੀਂ ਕੱਢਣਾ ਜਦ ਤੱਕ 3.5 ਲੱਖ ਰੁਪਈਆ ਬਿੱਲ ਨਹੀਂ ਦਿਓਗੇ। ਜਦੋਂ ਗੱਲ ਜਨਤਕ ਹੋਈ 3.5 ਲੱਖ ਦਾ 30,000 ਰੁਪਇਆ ਹੋਇਆ ਤੇ 30,000 ਤੋਂ ਬਾਅਦ ਲੈ ਕੇ ਵੀ ਉਸ ਤੋਂ ਬਾਅਦ ਲਾਸ਼ ਦਿੱਤੀ। ਬੜੇ ਸ਼ਰਮ ਦੀ ਗੱਲ ਹੈ। ਔਰ ਇਹੋ ਜਿਹਾ ਹਸਪਤਾਲ ਅਮਨਦੀਪ ਤੁਸੀਂ ਵੇਖੋ ਜਿਹੜਾ ਬੰਦਾ ਅਮਨਦੀਪ ਹਸਪਤਾਲ ਮੈਡੀਸਿਟੀ ਡਾਕਟਰ ਅਵਤਾਰ ਡਾਕਟਰ ਅਮਨਦੀਪ ਕੌਰ ਡਾਕਟਰ ਸ਼ਬਾਜ਼ ਇਹ ਤਿੰਨੇ ਇੱਕੋ ਪਰਿਵਾਰ ਦੇ ਬੰਦੇ ਜਿਨ੍ਹਾਂ ਨੂੰ ਸ਼ਰਮ ਨਹੀਂ ਆਈ ਕਿ ਦੇਸ਼ ਦੀ ਸੁਰੱਖਿਆ ਸਾਡੀ ਦੇਸ਼ ਦੀ ਸੈਨਾ ਦੇ ਨਾਲ ਤੁਸੀਂ ਧੋਖਾ ਕਰ ਰਹੇ ਹੋ। ਉਹ ਜਿਹਦੇ 'ਚ ਕੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਆਰਡਰ ਦੇ ਵਿੱਚ ਲਿਖਿਆ 3 ਕਰੋੜ 86 ਲੱਖ ਰੁਪਈਆ ਦਾ ਧੋਖਾ ਕੀਤਾ ਇਹਨਾਂ ਨੇ ਦੇਸ਼ ਦੀ ਆਰਮੀ ਦੇ ਨਾਲ, ਜਿਹਨੂੰ ਲੋਕੀ ਆਰਮੀ ਦੇਖ ਕੇ ਸਲੂਟ ਕੀਤਾ ਜਾਂਦਾ, ਜੋ ਸਾਡੀ ਬਾਰਡਰ ਸਰਹੱਦੀ ਜੇ ਆਰਮੀ ਸਾਡੀ ਸਟਰੋਂਗ ਹੈ ਤੇ ਅੱਜ ਆਪਾਂ ਦੇਸ਼ ਦੇ ਅੰਦਰ ਸੁਖ ਸ਼ਾਂਤੀ ਨਾਲ ਬੈਠੇ ਹਾਂ। ਪਰ ਦੇਸ਼ ਦੀ ਆਰਮੀ ਦੇ ਨਾਲ ਵੱਡਾ ਧੋਖਾ, ਉਹ ਵੀ ਕੋਈ 2-4 ਲੱਖ ਦਾ ਨਹੀਂ, 3 ਕਰੋੜ ਤੋਂ ਉੱਪਰ ਦਾ ਧੋਖਾ ਦੇਸ਼ ਦੀ ਆਰਮੀ ਦੇ ਨਾਲ, ਜਿਸ ਦੀ ਸਜ਼ਾ ਭੁਗਤਣ ਲਈ ਜੇਲ੍ਹ ਦੀ ਹਵਾ ਵੀ ਖਾਣੀ ਪਈ। ਬਿਲਕੁਲ ਜੀ, ਜੇਲ੍ਹ ਦੀ ਹਵਾ ਖਾਣੀ ਵੀ ਤਕਰੀਬਨ 130 ਦਿਨ ਇਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ। ਔਰ ਸਭ ਤੋਂ ਅਫਸੋਸ ਦੀ ਗੱਲ ਹੈ ਜਿਸ ਸੈਨਾ ਦੇ ਉੱਤੇ ਅਸੀਂ ਆਪਣਾ ਵਿਸ਼ਵਾਸ ਕਰਦੇ ਹਾਂ, ਸਾਰਾ ਦੇਸ਼ ਉਹਨਾਂ ਦੇ ਉੱਤੇ ਉਹਨਾਂ ਦੇ ਸਿਰ ਤੇ ਬੈਠਾ। ਅੱਜ ਸਾਡੇ ਵੱਲ ਕੋਈ ਵੀ ਬਗਾਨਾ ਦੇਸ਼ ਜਾਂ ਬਗਾਨਾ ਮੁਲਕ ਸਾਡੇ ਵੱਲ ਮੂੰਹ ਨਹੀਂ ਕਰ ਸਕਦਾ, ਜਿਵੇਂ ਪਾਕਿਸਤਾਨ ਹੈ, ਚੀਨ ਹੈ। ਦੱਸੋ ਤੁਸੀਂ ਉਹਨਾਂ ਨਾਲ ਧੋਖਾ ਕਰ ਰਹੇ ਹੋ ਜਿਹੜਾ ਕਿ ਦਿਨ ਰਾਤ ਇੱਕ ਕਰਕੇ ਆਪਣੇ ਪਰਿਵਾਰ ਛੱਡ ਕੇ ਤੇ ਦੇਸ਼ ਦੀ ਸੁਰੱਖਿਆ ਵਾਸਤੇ ਬਾਰਡਰਾਂ ਤੇ ਬੈਠੇ ਨੇ। ਤੁਸੀਂ ਉਹਨਾਂ ਨਾਲ ਧੱਕਾ ECHS ਘੁਟਾਲਾ, ਤੁਸੀਂ ਦੱਸੋ ਕਿ ਇਹਨਾਂ ਨੇ ਲੱਖਾਂ ਨਹੀਂ ਕਰੋੜਾਂ ਦਾ ਘੁਟਾਲਾ ਕੀਤਾ ਤੇ ਸ਼ਰਮ ਆਉਣੀ ਚਾਹੀਦੀ ਇਸ ਪਰਿਵਾਰ ਨੂੰ, ਡੁੱਬ ਕੇ ਮਰ ਜਾਣਾ ਚਾਹੀਦਾ। ਮੈਂ ਤਾਂ ਕਹੂੰਗਾ ਕਿ ਤੁਸੀਂ ਦੱਸੋ ਦੇਸ਼ ਦੀ ਸੈਨਾ ਦੇ ਨਾਲ ਸਿਰਫ ਇੱਕ ਆਪਣੇ ਆਪ ਨੂੰ ਪਾਵਰਫੁਲ ਸ਼ੋਅ ਕਰਨ ਵਾਸਤੇ ਕਿ ਅਸੀਂ ਬਹੁਤ ਵੱਡੀ ਸ਼ਾਹ ਆ, ਪਾਵਰਫੁਲ ਜਾਂ ਪੈਸਾ ਕਮਾਉਣ ਦੇ ਲਈ ਇਹਨਾਂ ਵੀ ਸੁਣਨ 'ਚ ਆਇਆ ਕਿ ਉਹਨਾਂ ਨੇ ਆਰਮੀ ਦੀਆਂ ਰਬੜ ਸਟੈਂਪਾਂ ਵੀ ਬਣਾ ਕੇ ਆਪਣੇ ਕੋਲ ਰੱਖਿਆ ਸੀ, ਖੁਦ ਲਗਾ ਕੇ ਆਪੇ ਫਾਈਲ ਪਾਸ ਕਰ ਲੈਂਦੇ ਸੀ। ਸਰ ਬਿਲਕੁਲ ਇਹ ਸਭ ਕੁਝ ਹੋਇਆ। ਦੇਖੋ ਜੀ ਐਡਾ ਵੱਡਾ ਜਿਹੜਾ ਆਪਣਾ ਆਰਡਰ ਪਾਸ ਹੋਇਆ ਮਾਨਯੋਗ ਜਸਟਿਸ ਦੀਪਕ ਸਿੱਬਲ ਜੀ ਨੇ ਕੀਤਾ, ਜਿਹਦੇ 'ਚ ਉਹਨਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ, ਜਿਹਦੇ 'ਚ ਇੱਕ DGP ਰੈਂਕ ਦਾ ਬੰਦਾ ਸਾਰੇ ਕੇਸ ਨੂੰ ਆਪਣੀ ਨਿਗਰਾਨੀ ਦੇ ਵਿੱਚ ਦੇਖੇਗਾ। ਸਭ ਤੋਂ ਵੱਡੀ ਅਫਸੋਸ ਵਾਲੀ ਗੱਲ ਹੈ 2 FIR ਹੋਈਆਂ ਜੀ। ਇੱਕ FIR 199 ਪਠਾਨਕੋਟ ਦੇ ਵਿੱਚ ਹੋਈ ਹੈ, ਇੱਕ FIR 184 ਨੰਬਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ। ਅੰਮ੍ਰਿਤਸਰ ਦੇ ਵਿੱਚ 8 ਹਸਪਤਾਲ ਜਿਹੜੇ ਅੰਮ੍ਰਿਤਸਰ ਦੇ ਵਿੱਚ ਸੀਗੇ, ਜਿਨ੍ਹਾਂ ਦੇ ਵਿੱਚ 16 ਡਾਕਟਰ ਨੇ, ਠੀਕ ਹੈ ਜੀ। ਹੋਰ 199 FIR ਜਿਹੜੀ ਕਿ ਪਠਾਨਕੋਟ 'ਚ ਹੈ, ਜਿਹਦੇ 'ਚ 3 ਡਾਕਟਰ ਤੇ 3 ਬੰਦੇ ਮੈਨੇਜਮੈਂਟ ਦੇ, ਠੀਕ ਹੈ ਜੀ। ਉਹਦੇ ਵਿੱਚ ਸਿੱਟ ਜਿਹੜੀ ਬੈਠੀ ਆ, ਉਹਨਾਂ ਨੇ ਵੇਖਿਆ ਕਿ ਆਹ ਗਿਲਟੀ ਨੇ, ਇਹਨਾਂ ਨੇ ਗਲਤ ਕੰਮ ਕੀਤਾ ਹੈ। ਦੈਟ ਇਜ਼ ਵਾਈ ਦੇ ਵਾਸ ਅੰਡਰ ਅਰੈਸਟ ਐਂਡ ਦੇ ਵਾਸ ਆਲ ਬਿਹਾਈਂਡ ਦੀ ਬਾਰਸ। ਲੇਕਿਨ ਅੰਮ੍ਰਿਤਸਰ ਦੇ ਵਿੱਚ 184 ਨੰਬਰ FIR ਜਿਹੜੀ ਹੈ, ਉਹਦੇ ਵਿੱਚ ਸੇਮ ਧਾਰਾ ਸੇਮ ਸਾਰਾ ਸਿਸਟਮ ਬਣਾਇਆ ਇਹਨਾਂ ਨੇ, ECHS ਘੁਟਾਲਾ ਹੋਇਆ, ਸਭ ਕੁਝ ਹੋਇਆ। ਲੇਕਿਨ ਉਹਦੇ ਵਿੱਚ ਫਿਰ ਉਹ ਸਾਰੇ ਹਜੇ ਤੱਕ ਬਾਹਰ ਨੇ। ਉਹ ਕਹਿੰਦੇ ਜੀ ਸਾਨੂੰ ਕਲੀਨ ਚਿੱਟ ਦਿੱਤੀ, ਲੇਕਿਨ ਮੈਂ ਸਮਝਦਾ ਨਹੀਂ ਕਲੀਨ ਚਿੱਟ ਦਿੱਤੀ ਕਿੰਨੇ, ਇਹਨਾਂ ਨੂੰ ਕਿੰਨੇ ਦਿੱਤੀ। ਕਲੀਨ ਚਿੱਟ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ। ਮਾਨਯੋਗ ਅਦਾਲਤ ਵੱਲੋਂ ਆਰਡਰ ਹੋਇਆ ਹੋਵੇ ਤੇ ਪੁਲਿਸ ਪ੍ਰਸ਼ਾਸਨ ਸਾਡੇ ਜਸਟਿਸ ਆਨਰੇਬਲ ਜਸਟਿਸ ਹਾਈ ਕੋਰਟ ਨਾਲੋਂ ਵੱਡੀ ਹੋ ਗਈ ਹੈ। ਮੈਨੂੰ ਇੱਕੋ ਗੱਲ ਦਾ ਜਵਾਬ ਦੇ ਦਿਓ, ਇਹ ਕੀ ਸਿਸਟਮ ਹੈ? ਇਹੋ ਗੱਲ ਹੈ ਕਿ ਨੇਮ ਫੇਮ ਤੇ ਪਾਵਰਫੁਲ। ਜੇ ਤੁਸੀਂ ਪਾਵਰਫੁਲ ਹੋ, ਅੱਜ ਤੁਸੀਂ ਜਿਹੜੇ ਮਰਜ਼ੀ ਰੈਂਕ ਤੇ ਪਹੁੰਚ ਜਾਓ, ਜਿਹੜੇ ਮਰਜ਼ੀ ਮੰਤਰੀ ਬਣ ਜਾਓ, ਜੋ ਮਰਜ਼ੀ ਹੋ ਜਾਏ, ਲੇਕਿਨ ਹਾਈ ਕੋਰਟ ਦੇ ਵਿੱਚ ਕੋਈ ਵੀ ਬੰਦਾ ਗੁਨੇਗਾਰ ਹੈ ਤੇ ਗੁਨੇਗਾਰ ਹੀ ਰਹੂਗਾ। ਹਾਈ ਕੋਰਟ ਦੇ ਵਿੱਚ ਗੁਨੇਗਾਰ ਹੈ ਤੇ ਗੁਨੇਗਾਰ ਹੀ ਰਹੇਗਾ। ਬਿਲਕੁਲ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਹੀ ਜੇਲ੍ਹ ਹੁੰਦੀ ਹੈ। ਇਸ ਤੋਂ ਪਹਿਲਾਂ ਲੋਕਲ ਲੈਵਲ ਦੇ ਵਿੱਚ ਜਿਹੜੀ ਕੰਪਲੇਂਟ ਹੈ ਉਹ ਰਫਾ ਦਫਾ ਕਰ ਦਿੱਤੀ ਗਈ ਸੀ। ਸਰ ਉਹ ਰਫਾ ਦਫਾ ਨਹੀਂ ਹੁੰਦੀ। ਤੁਹਾਨੂੰ ਮੈਂ ਫਿਰ ਬੇਨਤੀ ਕਰਾਂਗਾ ਕਿ ਆਪਣੇ ਆਪ ਨੂੰ ਪਾਵਰਫੁਲ ਸਾਬਤ ਕਰਨ ਵਾਸਤੇ ਉਹ ਦਬਾਈ ਜਾਂਦੀ ਹੈ, ਜਦ ਕਿ ਰਫਾ ਦਫਾ। ਕਿਉਂਕਿ ਸਾਡੇ ਵਰਗੇ ਜੇ ਸੱਚਾਈ ਬੋਲਣਗੇ ਤੇ ਸਾਨੂੰ ਧਮਕੀਆਂ ਆਉਂਦੀਆਂ ਨੇ। ਸਾਨੂੰ ਕਿਹਾ ਜਾਂਦਾ ਹੈ ਕਿ ਬਈ ਤੇਰੇ ਪਰਿਵਾਰ ਨੂੰ ਤੇ ਤੈਨੂੰ 15 ਦਿਨਾਂ ਦੇ ਅੰਦਰ ਮਾਰ ਦਿਆਂਗੇ, ਠੀਕ ਹੈ ਜੀ। ਮੈਨੂੰ ਇੱਕ ਧਮਕੀ ਦੇ ਅਗੇਂਸਟ DDR ਲਿਖਾਉਣ ਵਾਸਤੇ ਮੈਨੂੰ 3 ਮਹੀਨੇ ਲੱਗੇ ਜੀ। DDR ਜਦ ਕਿ ਮੇਰੀ ਉਹ FIR ਦਰਜ ਨਹੀਂ ਹੋਈ ਅੱਜ ਤੱਕ। ਇੱਕ ਤੁਹਾਨੂੰ ਪਾਕਿਸਤਾਨ ਤੋਂ ਵੀ ਫੋਨ ਆਇਆ ਸੀ, UP ਤੋਂ ਵੀ ਫੋਨ ਆਇਆ ਸੀ, ਲੇਕਿਨ ਉਹਦੀ FIR ਦਰਜ ਨਹੀਂ ਹੋਈ। ਬਿਲਕੁਲ ਸਰ, ਉਹ ਤੇ ਇਹਨਾਂ ਨੇ ਰਫਾ ਦਫਾ ਹੀ ਕਰਤਾ ਨਾ। ਇੱਕ MLA ਨੂੰ ਫੋਨ ਆਇਆ ਜੀ, 2 MLA ਨੂੰ ਫੋਨ ਆਇਆ, ਵਿਦਿਨ 1 ਆਵਰ ਉਹਨਾਂ ਦੀ FIR ਲਿਖੀ ਗਈ, ਪਲੱਸ ਵਿਦਿਨ 1 ਆਵਰ ਉਹਨਾਂ ਨੂੰ ਹਾਈ ਸਿਕਿਉਰਿਟੀ ਦਿੱਤੀ ਗਈ। ਤੁਸੀਂ ਦੱਸੋ ਕਿ ਇੱਕ ਆਮ ਬੰਦਾ ਜਿਹੜਾ ਦੇਸ਼ ਦੇ ਹੱਕ 'ਚ ਬੋਲਦਾ ਹੋਵੇ, ਦੇਸ਼ ਵਾਸਤੇ ਖਲੋਤਾ ਹੈ,
ਆਮ ਜਨਤਾ ਵਾਸਤੇ ਖਲੋਤਾ ਹੈ ਤੇ ਤੁਸੀਂ ਉਹਦੀ ਕੋਈ ਕਦਰ ਹੀ ਨਹੀਂ ਕਰਦੇ। ਤੇ ਜਿਹੜੇ ਕਿਸੇ ਐਮਐਲਏ ਨੂੰ ਫੋਨ ਆ ਗਿਆ, ਨਾਲ ਹੀ ਉਹਦੀ ਸਿਕਿਉਰਿਟੀ ਵੱਧ ਗਈ, ਨਾਲ ਹੀ ਉਹਦਾ ਐਫਆਈਆਰ ਉੱਧਰ ਲੌਜ ਹੋ ਗਈ। ਤੁਸੀਂ ਦੱਸੋ ਇਹ ਜਿਹੜਾ ਗੈਪ ਹੈਗਾ ਇਹ ਕਿੱਥੋਂ ਪੂਰਾ ਹੋਣਾ ਹੈ? ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ, ਉਹ ਤੇ ਆਪਣੇ ਵੀ ਜਿਹੜੇ ਦੋਸ਼ੀ ਕੈਂਡੀਡੇਟ ਹੈਗੇ ਉਹਨਾਂ ਤੇ ਕਾਰਵਾਈ ਕਰਦੇ ਆ, ਤੇ ਉੱਥੇ ਆਮ ਆਦਮੀ ਪਾਰਟੀ ਦੇ ਆਉਣ ਨਾਲ ਫਰਕ ਨਹੀਂ ਪਿਆ? ਸਰ ਪਤਾ ਕੀ ਗੱਲ ਹੈ, ਜਾਂ ਤੇ ਮੈਂ ਮੰਨਾਂ ਕਿ ਆਮ ਆਦਮੀ ਪਾਰਟੀ ਜੇ ਅੱਜ ਸੱਚ ਦੇ ਨਾਲ ਖਲੋਤੀ ਹੈ ਤੇ ਮਜ਼ਾ ਆਵੇ ਤੇ ਉਹ ਵੀ ਕੋਈ ਠੋਸ ਐਕਸ਼ਨ ਲਵੇ, ਕਿਉਂਕਿ ਸਭ ਕੁਝ ਪਤਾ ਉਹਨਾਂ ਨੂੰ। ਮੇਰੀਆਂ ਚਿੱਠੀਆਂ ਰੈਗੂਲਰ ਜਾਂਦੀ ਪਈਆਂ, ਮੇਰੀ ਰੀਪ੍ਰੈਜ਼ੈਂਟੇਸ਼ਨ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਮੈਂ ਭੇਜਿਆ, ਮੈਂ ਸੀਐਮ ਸਾਹਿਬ ਨੂੰ ਵੀ ਭੇਜਿਆ, ਉਹਨਾਂ ਨੂੰ ਕਿਹਾ ਕਿ ਵੀ ਆਹ ਗੁਨੇਗਾਰ ਬੰਦੇ ਨੇ, ਤੁਸੀਂ ਕਾਈਂਡਲੀ ਥੋੜ੍ਹਾ ਧਿਆਨ ਦਿਓ। ਲੇਕਿਨ ਉਹਨਾਂ ਨੇ ਹਜੇ ਧਿਆਨ 'ਚ ਨਹੀਂ ਦਿੱਤਾ। ਹੋ ਸਕਦਾ ਹੈ ਕਿ ਸ਼ਾਇਦ ਤੁਹਾਡੇ ਚੈਨਲ ਦੇ ਰਾਹੀਂ ਮੇਰੀ ਆਵਾਜ਼ ਉੱਥੇ ਬੁਲੰਦ ਹੋ ਜਾਏ ਤੇ ਉਹ ਸਮਝ ਲੈਣ ਕੁਛ। ਤੇ ਮੈਂ ਤਾਂ ਇਹੋ ਕਹੂੰਗਾ, ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਬਈ ਜਿਹੜੇ ਗੁਨੇਗਾਰ ਬੰਦੇ ਨੇ, ਜਿਨ੍ਹਾਂ ਦੇ ਉੱਤੇ 420 467 468 471 120 ਵੀ IPC ਦੀ ਧਾਰਾ ਲੱਗੀ ਹੋਈ ਹੈ, ਤੁਸੀਂ ਇਹਦਾ ਵਜਨ ਪਾਓ, ਇਹਨੂੰ ਸਮਝੋ ਕਿ ਇਹ ਬੜੀ ਸੀਰੀਅਸ offense ਹੈਗੀ ਹੈ, ਇਹ ਕੋਈ ਛੋਟੀ ਮੋਟੀ offense ਨਹੀਂ ਗੀ। ਫਿਰ ਜਿਹੜੇ ਵੀ ਬੰਦੇ ਨੇ ਜਾਂ ਜਿਹੜੇ ਵੀ ਡਾਕਟਰ ਨੇ ਜਾਂ ਜਿਹੜੇ ਵੀ ਹਸਪਤਾਲ ਨੇ, ਉਹਨਾਂ ਨੂੰ ਸੀਲ ਕੀਤਾ ਜਾਵੇ ਇਮੀਡੀਏਟਲੀ। ਉਹਨਾਂ ਦੇ ਤੁਸੀਂ ਰਿਕਾਰਡ ਉਹਨਾਂ ਨੂੰ ਪੁੱਛੋ ਕਿ ਵੀ ਇਹ ਕੀ ਕੰਮ ਹੋਇਆ। ਜਿਹੜਾ ECHS ਘੁਟਾਲੇ ਹੋ ਰਹੇ ਨੇ, ਦੋਨੋਂ FIR ਪੈਰਲਲ ਚੱਲਣੀ ਚਾਹੀਦੀ ਹੈ। ਹਾਈ ਕੋਰਟ ਦੇ ਆਰਡਰਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਦੋਨੋਂ FIR ਦੀ ਇਨਵੈਸਟੀਗੇਸ਼ਨ ਹੈ ਪੈਰਲਲ ਹੋਣੀ ਚਾਹੀਦੀ ਹੈ। ਲੇਕਿਨ ਕਿਸੇ ਤਰ੍ਹਾਂ ਉਹੀ ਗੱਲ, ਪਾਵਰਫੁਲ ਬੰਦਾ ਜਿਹੜਾ ਆਪਣੀ FIR ਜਿਹੜੀ ਅੰਮ੍ਰਿਤਸਰ ਵਾਲੀ ਹੈ ਉਹਨਾਂ ਨੇ ਸਾਈਡ ਤੇ ਕੀਤੀ ਹੈ। ਹਾਂ ਠੀਕ ਹੈ, ਇਹਨਾਂ ਦੀ FIR ਹੋਈ ਹੈ ਅੰਮ੍ਰਿਤਸਰ, ਦੇ ਆਰ ਬਿਹਾਈਂਡ ਦੀ ਬਾਸ, ਦੇ ਆਰ ਗਿਲਟੀ, ਕੋਰਟ ਨੇ ਇਹਨਾਂ ਨੂੰ ਗਿਲਟੀ ਕੀਤਾ ਤੇ ਲੈਟ them ਪ੍ਰੂਵ, ਇਹਨਾਂ ਨੂੰ ਪਤਾ ਲੱਗਣਾ ਚਾਹੀਦਾ। ਲੇਕਿਨ ਮੈਂ ਇੱਕ ਚੀਜ਼ ਨੂੰ ਸਮਝਾਂਗਾ ਕਿ ਜਿਹੜਾ ਬੰਦਾ ਅੱਜ ਦੀ ਤਰੀਕ ਦੇ ਵਿੱਚ ਇਨਸਾਨੀਅਤ ਨੂੰ ਭੁੱਲ ਗਿਆ, ਜਿਹੜਾ ਬੰਦਾ ਚੋਰੀ ਕਰਕੇ ਵੀ ਅੱਖਾਂ ਵਿਖਾਉਂਦਾ ਪਿਆ ਨਾ, ਉਹ ਗਲਤ ਕੰਮ ਹੈ। ਮੈਂ ਸਮਝਦਾ ਕਿ ਇਹ ਬਿਲਕੁਲ ਸਰਾਸਰ ਗਲਤ ਚੀਜ਼ ਹੈ, ਸਾਹਮਣੇ ਹੋਣੀ ਚਾਹੀਦੀ ਹੈ, ਕਲੀਨ ਹੋਣੀ ਚਾਹੀਦੀ ਹੈ। ਲੇਕਿਨ ਮੈਂ ਫਿਰ ਆਪ ਜੀ ਦੇ ਚੈਨਲ ਰਾਹੀਂ ਕਹੂੰਗਾ ਕਿ ਉਹ ਜੇ ਗੁਨੇਗਾਰ ਬੰਦਿਆਂ ਨੂੰ ਹਮੇਸ਼ਾ ਨੰਗਾ ਕਰਨਾ ਚਾਹੀਦਾ, ਤੇ ਮੈਂ ਚਾਹੁੰਦਾ ਕਿ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਨੂੰ ਜ਼ਰੂਰ ਨੰਗਾ ਕਰਾਂਗਾ। ਤੇ ਜਿਸ ਤਰ੍ਹਾਂ ਕਿ ਗੁਨੇਗਾਰ ਦੇ ਚਿਹਰੇ ਤੋਂ ਪਰਦਾ ਹਟਾਉਣਾ ਬਹੁਤ ਜ਼ਰੂਰੀ ਹੈ। ਗੁਨੇਗਾਰ ਤਾਂ ਸਾਬਿਤ ਹੋ ਹੀ ਜਾਂਦੇ ਨੇ। ਅਗਰ ਜੇ ਪਹਿਲਾਂ ਗੱਲ ਕੀਤੀ ਗਈ ਸੀ ਤੇ ਪਹਿਲਾਂ ਕਹਿੰਦੇ ਜੀ FIR ਹੋਣਾ, ਫਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ, ਉਹਦੇ ਵਿੱਚ ਤੁਸੀਂ ਕਿਸੇ ਨੂੰ ਗਿਲਟੀ ਨਹੀਂ ਕਰ ਸਕਦੇ। ਤੇ ਜੇ ਗਿਲਟੀ ਨਹੀਂ ਹੈਗੇ ਤੇ ਹਾਈ ਕੋਰਟ ਕਿਉਂ ਆਰਡਰ ਦਿੰਦਾ? ਹਾਈ ਕੋਰਟ ਕਿਉਂ ਆਰਡਰ ਦੇ ਕੇ ਤੁਹਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ? ਜਿਸ ਤਰ੍ਹਾਂ ਕਿ ਦੱਸਿਆ ਜਾਂਦਾ ਹੈ ਕਿ ਕਈ ਮਹੀਨੇ ਹਾਈ ਕੋਰਟ ਦੇ ਆਰਡਰ ਤੋਂ ਬਾਵਜੂਦ ਜੇਲ੍ਹ ਦੀ ਹਵਾ ਖਾਣ ਤੋਂ ਬਾਹਰ ਆਏ, ਲੇਕਿਨ ਬਾਹਰ ਆਉਣ ਤੋਂ ਬਾਅਦ ਵੀ ਫਿਰ ਉਹਨਾਂ ਦਾ ਗੋਰਖ ਧੰਦਾ ਉਸੇ ਤਰ੍ਹਾਂ ਚੱਲਦਾ ਹੈ। ਇੱਕ ECHS ਦੇ ਵਿੱਚ ਇੰਪੈਨਲਮੈਂਟ ਨਹੀਂ ਹੋ ਪਾਉਂਦੇ, ECHS ਤੋਂ ਬਿਜ਼ਨਸ ਨਹੀਂ ਆਉਂਦਾ, ਪਰ ਬਾਕੀ ਬਿਜ਼ਨਸ ਤੇ ਆਪਣੇ ਰੈਗੂਲਰ ਰੂਟੀਨ ਵਰਗਾ ਹੀ ਕਰਦੇ ਪਏ ਆ। ਸਰ ਬਿਲਕੁਲ, ਨਾਲੇ ਸਭ ਤੋਂ ਬੜੀ ਵੱਡੀ ਗੱਲ ਹੈ, ਇੱਕ ਪਰਿਵਾਰ ਦਾ ਬੰਦਾ ਅੱਜ ਦੀ ਤਰੀਕ ਦੇ ਵਿੱਚ ਜੇ ਕਿਸੇ ਕ੍ਰਿਕਟ ਅਕੈਡਮੀ ਦੇ ਵਿੱਚ ਵਾਈਸ ਪ੍ਰਧਾਨ ਬਣ ਜਾਏ, ਇੱਕ ਬੰਦਾ ਗਿਲਟੀ ਹੋਵੇ, ਉਹ ਕ੍ਰਿਕਟ ਅਕੈਡਮੀ ਦੇ ਵਿੱਚ ਵਾਈਸ ਪ੍ਰਧਾਨ ਹੋਵੇ, ਜਿਵੇਂ ਕਿ ਡਾਕਟਰ ਸ਼ਹਬਾਜ਼ ਨੇ, ਮੈਂ ਬੋਲ ਦੇਣਾ, ਮੈਨੂੰ ਕੋਈ ਟੈਨਸ਼ਨ ਨਹੀਂ ਗੀ, ਮੈਂ ਬੋਲਾਂਗਾ। ਜਿਹੜੇ ਡਾਕਟਰ ਸ਼ਹਬਾਜ਼ ਨੇ, ਉਹਨਾਂ ਨੂੰ ਕਿਹੜੇ DC ਸਾਹਿਬ ਉਹਨਾਂ ਨੂੰ ਨਜ਼ਰ ਨਹੀਂ ਆਉਂਦੇ? ਸਾਡੇ DC ਸਾਹਿਬ ਅੰਮ੍ਰਿਤਸਰ ਬਹੁਤ ਵਧੀਆ ਇਨਸਾਨ ਨੇ, ਇਮਾਨਦਾਰ ਇਨਸਾਨ ਨੇ। ਸ਼੍ਰੀ ਸੂਦਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਨ੍ਹਾਂ ਨੂੰ ਤੁਸੀਂ ਇਹਨਾਂ ਨੂੰ ਵਾਈਸ ਪ੍ਰਧਾਨ ਬਣਾਇਆ, ਉਹ DC ਸਾਹਿਬ ਤੁਸੀਂ ਆਪ ਇਸ ਕ੍ਰਿਕਟ ਕਲੱਬ ਦੇ ਤੁਸੀਂ ਪ੍ਰਧਾਨ ਜੇ, ਤੁਹਾਨੂੰ ਨਹੀਂ ਨਜ਼ਰ ਆਉਂਦਾ ਕਿ ਇੱਕ ਡਾਕਟਰ ਜਿਹਦੇ 'ਤੇ 420 467 ਦੀਆਂ ਧਾਰਾਂ ਲੱਗੀਆਂ ਹੋਣ ਤੇ ਉਹ ਕ੍ਰਿਕਟ ਕਲੱਬ ਦਾ ਵਾਈਸ ਪ੍ਰਧਾਨ ਬਣਿਆ ਹੋਵੇ? ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਬੱਚਿਆਂ ਦੇ ਉੱਤੇ ਕੀ ਇੰਪ੍ਰੈਸ਼ਨ ਪਏਗਾ ਜਿਨ੍ਹਾਂ ਦਾ ਵਾਈਸ ਪ੍ਰਧਾਨ ਹੀ, ਜਿਨ੍ਹਾਂ ਦੇ ਉੱਤੇ ਇਹ ਧਾਰਾਂ ਲੱਗੀਆਂ ਹੋਣਗੀਆਂ। ਤੁਸੀਂ ਧਾਰਾ ਦੀ ਤੇ ਗੱਲ ਕਰਦੇ ਪਏ, ਵਾਈਸ ਪ੍ਰਧਾਨ ਜਿਹੜਾ ਬਣਿਆ ਉਹ ਤੇ ਧਾਰਾਂ ਲੱਗੀਆਂ, ਪਰ ਇੱਕ ਚੀਜ਼ ਸ਼ਾਇਦ ਤੁਸੀਂ ਭੁੱਲ ਰਹੇ ਹੋ, ਉਸ ਬੰਦੇ ਦੀ, ਡਾਕਟਰ ਸ਼ਹਬਾਜ਼ ਦੀ ਆਪਣੀ ਪਰਸਨਲ ਅਕੈਡਮੀ ਵੀ ਹੈ। ਜੋ ਬੰਦਾ ਪ੍ਰਾਈਵੇਟ ਅਕੈਡਮੀ ਚਲਾ ਰਿਹਾ, ਉਹ ਨੇਚਰਲੀ ਆਪਣੀ ਅਕੈਡਮੀ ਨੂੰ ਬਿਜ਼ਨਸ ਬੈਨੀਫਿਟ ਦੇਏਗਾ, ਨਾ ਕਿ ਇੱਕ ਸਰਕਾਰੀ ਅਕੈਡਮੀ ਨੂੰ। ਸਰ ਬਿਲਕੁਲ, ਨੇਮ ਫੇਮ ਐਂਡ ਪਾਵਰਫੁਲ। ਗੱਲ ਇਹ ਹੈ ਕਿ ਇਹ ਬੰਦੇ ਸਰਕਾਰ ਦੀ ਜਿਹੜੀ ਅਕੈਡਮੀ ਹੈ ਉਹਨੂੰ ਜ਼ੀਰੋ ਕਰਕੇ, ਉਹਦੀਆਂ ਸਹੂਲਤਾਂ ਤੋਂ ਵੱਧ ਆਪਣੀਆਂ ਸਹੂਲਤਾਂ ਵਿਖਾ ਕੇ, ਦੇ ਨਹੀਂ ਵਿਖਾ ਕੇ। ਜਿਵੇਂ ਸਪੋਜ਼ ਕਰੋ ਅੱਜ ਸਾਡੇ ਨੌਜਵਾਨ ਬੱਚੇ ਇੱਥੇ ਕ੍ਰਿਕਟ ਕਲੱਬ ਦੇ ਵਿੱਚ ਆਉਂਦੇ ਨੇ, ਉਹਨਾਂ ਨੇ ਮੈਚ ਖੇਡਣਾ, ਆਪਸ ਬੱਚਿਆਂ ਨੂੰ ਚਾਅ ਹੁੰਦਾ, ਇੱਕ ਚਾਮ ਹੁੰਦਾ ਇੱਕ, ਚਲੋ ਇੱਥੇ ਜੇ 6000 ਰੁਪਏ ਦੀ ਬੁਕਿੰਗ ਹੋ ਰਹੀ ਹੈ ਤੇ ਇੱਥੋਂ ਦੀ ਬੁਕਿੰਗ ਨਾ ਕਰਵਾ ਕੇ ਉਹ ਕਹਿੰਦੇ 16000 ਰੁਪਏ ਦੀ ਬੁਕਿੰਗ ਉੱਥੇ ਕਰਾਓ, ਇੱਕ ਜਿਹੜਾ ਤੁਸੀਂ ਮੈਚ ਖੇਡਣਾ ਤੇ 2020 ਵਟਸੋਐਵਰ। ਹੁਣ ਤੁਸੀਂ ਦੱਸੋ ਕਿ ਇੱਕ ਆਮ ਬੰਦਾ, ਇੱਕ ਗਰੀਬ ਜਨਤਾ, ਇੱਕ ਗਰੀਬ ਪਰਿਵਾਰ ਤੋਂ ਬੰਦੇ ਹੋਣਗੇ, ਉਹ ਕਿੱਥੋਂ ਪੈਸੇ ਇਕੱਠੇ ਕਰਕੇ ਇਹਨਾਂ ਨੇ ਕਰਨੇ? ਮਸਲਾ ਇਹ ਨਹੀਂਗਾ। ਮੈਂ ਇਹੋ ਚਾਹੂੰਗਾ ਕਿ ਆਪਣੇ ਆਪ ਨੂੰ ਪ੍ਰਮੋਟ ਕਰਦੇ ਪਏ ਨੇ ਕਿ ਬਾਕੀ ਸਾਰਿਆਂ ਨੂੰ ਛੱਡੋ, ਮਿੱਟੀ ਪਾਓ, ਇਹਦੀ ਮੇਨਟੇਨੈਂਸ ਕੋਈ ਨਹੀਂ ਹੋਏਗੀ, ਸਾਡੀ ਬਹੁਤ ਵਧੀਆ ਹੈਗੀ ਹੈ। ਇਹੋ ਚੱਕਰ ਹੈਗਾ ਜਿਹੜਾ ਆਪਣੇ ਆਪ ਨੂੰ ਫੇਮ ਕਰਨਾ ਕਿ ਜੀ ਸਾਡਾ ਹਸਪਤਾਲ ਬਹੁਤ ਵੱਡਾ, ਅਸੀਂ ਬੈਸਟ ਹੈਗੇ ਹਾਂ। ਲੇਕਿਨ ਬੈਸਟ ਨਹੀਂ ਗਏ, ਤੁਸੀਂ ਗਿਲਟੀ ਹੋ, ਗਿਲਟੀ। ਮੈਂ ਅੱਜ ਫਿਰ ਕਹੂੰਗਾ ਤੁਸੀਂ ਗਿਲਟੀ ਹੋ ਜੇ।
ਗਿਲਟੀ ਤਾਂ ਹੈਗੇ ਆ, ਉਹ ਸਾਬਿਤ ਹਾਈ ਕੋਰਟ ਦੇ ਆਰਡਰ ਨੇ ਕਰ ਦਿੱਤਾ। ਪਰ ਤੁਸੀਂ ਜਿਸ ਤਰ੍ਹਾਂ ਕੀ ਗੱਲ ਕੀਤੀ ਕ੍ਰਿਕਟ ਅਕੈਡਮੀ ਦੀ, ਕ੍ਰਿਕਟ ਅਕੈਡਮੀ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਸ਼ਹਿਬਾਜ਼ IGA ਦੇ ਵਿੱਚ ਚੇਅਰਪਰਸਨ ਹੈਗੇ, ਵਾਈਸ ਪ੍ਰੈਜ਼ੀਡੈਂਟ ਹੈਗੇ, ਉੱਥੇ DC ਨੂੰ ਇਹ ਜਿਹੜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਆ, ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਕਿ ਉਹ ਜੇਲ੍ਹ ਤੋਂ ਵਿੱਚ ਇੱਕ ਤੇ ਜ਼ਮਾਨਤ ਦੇ ਤੌਰ 'ਤੇ ਵਾਪਸ ਆਏ ਹਨ। ਦੂਸਰੀ ਚੀਜ਼, ਉਹਨਾਂ ਦੀ ਪਰਸਨਲ ਅਕੈਡਮੀ ਚੱਲਦੀ ਪਈ ਹੈ। ਜੇ ਇੱਕ ਪਰਸਨਲ ਅਕੈਡਮੀ ਬੰਦਾ ਚਲਾ ਰਿਹਾ, ਉਹ ਦੂਸਰੇ ਕਲੱਬ ਦੇ ਵਿੱਚ ਕਿਸ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਬਣ ਸਕਦਾ? ਸਰ, ਮੈਂ ਤਦੇ ਹੀ ਤੇ ਚਾਹੁੰਦਾ ਕਿ ਤੁਹਾਡੇ ਵਰਗਾ ਸੱਚਾ ਸੁੱਚਾ ਚੈਨਲ ਜਿਹੜਾ ਹੈਗਾ, ਉਹ ਅਸੀਂ ਚਾਹੁੰਦੇ ਹਾਂ ਕਿ DC ਸਾਹਿਬ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਕਿ DC ਸਾਹਿਬ ਤੁਸੀਂ ਪ੍ਰਧਾਨ ਹੋ, ਤੁਹਾਡੀ ਰਹਿਨੁਮਾਈ ਦੇ ਵਿੱਚ ਕੀ ਹੋ ਰਿਹਾ ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ, ਕੀ ਹੋਣਾ ਚਾਹੀਦਾ। ਇਹ ਚਾਹੀਦਾ ਕਿ ਜੋ ਉੱਥੇ ਕਲੱਬ ਦੇ ਵਿੱਚ ਧਾਂਦਲੀਆਂ ਚੱਲਦੀ ਪਈਆਂ, ਜੋ ਸਿਸਟਮ ਇੱਕ ਅਪਡੇਟ ਨਹੀਂ ਹੋ ਰਿਹਾ, ਆਈ ਵਿਲ ਰਿਕੁਐਸਟ ਟੂ ਦੀ ਆਨਰੇਬਲ DC ਆਫ ਅੰਮ੍ਰਿਤਸਰ ਕਿ ਇਹ ਇਮੀਡੀਏਟਲੀ ਇਸ ਬੰਦੇ ਨੂੰ ਟਰਮੀਨੇਟ ਕੀਤਾ ਜਾਵੇ ਅਤੇ ਉਹਨੂੰ ਕਲੱਬ 'ਚੋਂ ਬਾਹਰ ਕੱਢਿਆ ਜਾਵੇ, AGA ਕ੍ਰਿਕਟ ਕਲੱਬ ਵਿੱਚੋਂ ਵੀ। ਚਲੋ ਅਮਨਦੀਪ ਹਸਪੀਟਲ ਦਾ ਤਾਂ ਇੱਕ ਚੀਜ਼ ਹੀ ਵੱਖਰੀ ਹੈ ਨਾ, ਅਤੇ ਮੈਂ ਉਹਨਾਂ ਦੀ ਨੌਲੇਜ ਇਹ ਵੀ ਲਿਆਉਣਾ ਚਾਹੁੰਦਾ ਕਿ ਇਸ ਤੋਂ ਵੀ ਉਹਨੂੰ ਬਾਹਰ ਇਮੀਡੀਏਟਲੀ ਕੱਢਿਆ ਜਾਵੇ। ਇਹ ਗੋਰਖ ਧੰਦਾ ਚੱਲਦਾ ਪਿਆ, ਗਲਤ ਹੋ ਰਿਹਾ। ਤੇ ਗੋਰਖ ਧੰਦਾ ਚੱਲ ਰਿਹਾ, ਇਹ ਗਲਤ ਹੋ ਰਿਹਾ, ਤੇ ਇਸ ਗੋਰਖ ਧੰਦੇ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹਨ ਗੁਰਮੀਤ ਸਿੰਘ ਬੱਬਲੂ, ਸ਼ਹੀਦ-ਏ-ਆਜ਼ਮ ਭਗਤ ਸਿੰਘ ਐਸੋਸੀਏਸ਼ਨ ਦੇ ਪ੍ਰਧਾਨ। ਤੇ ਸਭ ਤੋਂ ਵੱਡੀ ਗੱਲ, ਅਮਨਦੀਪ ਦੇ ਖਿਲਾਫ ਜੋ ਵੀ ਪਰਚਾ ਹੋਇਆ ਸੀ, ਜੋ ਵੀ ਕਾਨੂੰਨੀ ਕਾਰਵਾਈ ਹੋਈ ਸੀ, ਉਹ ਜਨਤਕ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ। ਇਹਨਾਂ ਦੀ ਬਹੁਤ ਵੱਡੀ ਲੜਾਈ ਹੈ। ਇਹਨਾਂ ਦੇ ਜਿਸ ਤਰ੍ਹਾਂ ਕਿ ਇਹਨਾਂ ਨੂੰ ਕਈ ਵਾਰ ਥ੍ਰੈਟ ਕਾਲ ਵੀ ਆ ਚੁੱਕੇ ਹਨ, ਉਹ ਵੀ ਇਹਨਾਂ ਨੇ ਸਾਡੇ ਚੈਨਲ ਦੇ ਰੂਬਰੂ ਆ ਕੇ ਦੱਸਿਆ। ਪਰ ਇਹਨਾਂ ਦੀ ਲੜਾਈ ਹਜੇ ਤੱਕ ਜਾਰੀ ਹੈ, ਅਤੇ ਅੱਗੇ ਵੀ ਜਿਸ ਤਰ੍ਹਾਂ ਇਹ ਕਹਿ ਰਹੇ ਹਨ, ਇਹਨਾਂ ਦੀ ਲੜਾਈ ਜਾਰੀ ਰਹੇਗੀ, ਅਤੇ ਜਨਤਾ ਦੇ ਹਿੱਤ ਦੇ ਲਈ, ਦੇਸ਼ ਦੇ ਹਿੱਤ ਦੇ ਲਈ ਹਮੇਸ਼ਾ ਲੜਦੇ ਰਹਿਣਗੇ। ਅਤੇ ਲਾਈਵ ਭਾਰਤ ਇਸ ਤਰ੍ਹਾਂ ਦੀ ਖਬਰਾਂ ਜ਼ਰੂਰ ਦਿਖਾਏਗਾ, ਅਤੇ ਨਿਡਰ ਹੋ ਕੇ ਦਿਖਾਏਗਾ, ਅਤੇ ਵੱਧ ਚੜ੍ਹ ਕੇ ਦਿਖਾਏਗਾ, ਕਿਉਂਕਿ ਲਾਈਵ ਭਾਰਤ ਵੀ ਇਸ ਦੇਸ਼ ਦਾ ਨਮਕ ਖਾਂਦਾ ਹੈ ਅਤੇ ਦੇਸ਼ ਦੇ ਵਿੱਚ ਰਹਿੰਦਾ ਹੈ। ਬਣੇ ਰਹੋ ਲਾਈਵ ਭਾਰਤ ਦੇ ਨਾਲ, ਫਿਰ ਇਸ ਤਰ੍ਹਾਂ ਦੀ ਖਬਰ ਦੇ ਨਾਲ ਦੁਬਾਰਾ ਰੂਬਰੂ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਕੈਮਰਾਮੈਨ ਸ਼ਿਵ ਕੁਮਾਰ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ। ਜੈ ਹਿੰਦ, ਜੈ ਭਾਰਤ। ਹੈਲੋ ਸਰ, AGA ਵਾਈਸ ਪ੍ਰੈਜ਼ੀਡੈਂਟ ਡਾਕਟਰ ਸ਼ਹਿਬਾਜ਼ ਜੀ ਗੱਲ ਕਰ ਰਹੇ? ਹਾਂਜੀ ਸਰ। ਸਰ ਸਤਿ ਸ਼੍ਰੀ ਅਕਾਲ ਜੀ, ਵਿਸ਼ਾਲ ਸ਼ਰਮਾ ਗੱਲ ਕਰ ਰਿਹਾ ਜੀ, ਲਾਈਵ ਭਾਰਤ ਨਿਊਜ਼ ਚੈਨਲ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਸ ਤਰ੍ਹਾਂ ਸਰ, ਗੁਰਮੀਤ ਸਿੰਘ ਬੱਬਲੂ ਜਿਹੜੇ ਨੇ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਦੇ, ਉਹਨਾਂ ਨੇ ਥੋੜ੍ਹੇ ਜਿਹੇ ਐਲੀਗੇਸ਼ਨ ਲਾਏ ਨੇ ਕਿ ਇੱਕ ਤੁਹਾਡੀ ਜਿਹੜੀ ਪ੍ਰਾਈਵੇਟ ਅਕੈਡਮੀ ਹੈ। I have no idea. Plus ਮੇਰੀ ਪ੍ਰਾਈਵੇਟ ਅਕੈਡਮੀ ਨਹੀਂ ਹੈ ਸਰ। I don't own any private academy. ਅਮਨਦੀਪ ਅਕੈਡਮੀ ਹੈ, ਉਹ ਕਹਿ ਰਹੇ ਕਿ ਤੁਸੀਂ ਡਾਇਰੈਕਟਰ ਹੋ ਉਹਦੇ। There is nothing called Amandeep Academy. ਉੱਥੇ ਸਿਰਫ ਕ੍ਰਿਕਟ ਗਰਾਊਂਡ ਹੈ। ਅਕੈਡਮੀ is ਹਰਭਜਨ ਸਿੰਘ ਅਕੈਡਮੀ। ਓਕੇ, ਇਟ ਮੀਨਸ ਵੀ ਤੁਹਾਡੀ ਪ੍ਰਾਈਵੇਟ ਅਕੈਡਮੀ ਹੈ ਕੋਈ? ਨਹੀਂ, ਸਾਡੀ ਨਹੀਂ ਹੈ ਸਰ, ਸੌਰੀ। ਕਿਉਂਕਿ ਗੁਰਮੀਤ ਸਿੰਘ ਜੀ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਦੇ ਡਾਇਰੈਕਟਰ ਹੋ ਪ੍ਰਾਈਵੇਟ ਅਕੈਡਮੀ ਦੇ। ਇੱਕ ਸਰ ਉਹ ਤਾਂ ਕੁਝ ਆਈ ਡੋਂਟ ਈਵਨ ਨੋ ਤੁਸੀਂ ਕਿਹਦੀ ਗੱਲ ਕਰ ਰਹੇ ਹੋ। ਸਰ, ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਜਿਹੜੀ ਹੈ, ਉਹਦੇ ਜਿਹੜੇ ਡਾਇਰੈਕਟਰ ਨੇ ਗੁਰਮੀਤ ਸਿੰਘ ਬੱਬਲੂ। ਸਰ ਆਈ ਡੋਂਟ ਨੋ ਹਿਮ ਜੀ। ਅਸੀਂ ਤਾਂ ਕਨਫਰਮੇਸ਼ਨ ਲੈਣ ਲਈ ਤੁਹਾਨੂੰ ਇਹ ਕਾਲ ਕੀਤੀ ਹੈ ਕਿ ਜਿਹੜੇ ਐਲੀਗੇਸ਼ਨ ਤੁਹਾਡੇ ਤੇ ਲੱਗ ਰਹੇ ਨੇ, ਕਿ ਇਹ ਸੱਚ ਹੈ ਜਾਂ ਝੂਠ ਹੈ? ਕਿਹੜੇ ਐਲੀਗੇਸ਼ਨ ਲੱਗ ਰਹੇ ਨੇ ਜੀ? ਪਹਿਲਾਂ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ AGA ਦੇ ਵਾਈਸ ਪ੍ਰੈਜ਼ੀਡੈਂਟ ਹੋ, ਔਰ ਤੁਹਾਡੀ ਇੱਕ ਪ੍ਰਾਈਵੇਟ ਅਕੈਡਮੀ ਹੈ, ਜਿਹੜਾ ਕਿ AGA ਤੋਂ ਫਾਇਦਾ ਲੈ ਰਹੇ ਹੋ ਤੁਸੀਂ ਪ੍ਰਾਈਵੇਟ ਅਕੈਡਮੀ ਤੋਂ। ਮੇਰੀ ਪ੍ਰਾਈਵੇਟ ਅਕੈਡਮੀ ਹੈ ਹੀ ਨਹੀਂ। ਓਕੇ, ਸੈਕੰਡਲੀ ਇਹ ਹੈ ਕਿ ਉਹ ਕਹਿੰਦੇ ਜੀ ਤੁਸੀਂ ਆਪਣੇ ਬਿਹਾਫ ਦੇ ਉੱਤੇ ਟੀਮਸ ਨੂੰ ਸਿਲੈਕਟ ਕਰਦੇ ਹੋ, ਕਿਸੇ ਦੀ ਮਤਲਬ ਕੋਈ ਸਲਾਹ ਨਹੀਂ ਲੈਂਦੇ, ਔਰ ਜਿਹੜੇ ਪਰਸਨਸ ਹੁੰਦੇ ਨੇ ਉਹ I don't think so sir. I have visited AGA in last 9 months or 10 months ਇੱਕ ਵਾਰੀ, so I don't know where is all of this coming from. ਮਤਲਬ ਤੁਸੀਂ ਇਹ ਡਿਨਾਈ ਕਰ ਰਹੇ ਹੋ, ਇਸ ਐਲੀਗੇਸ਼ਨਸ ਨੂੰ ਤੁਸੀਂ ਡਿਨਾਈ ਕਰ ਰਹੇ ਹੋ? Definitely sir, ਜਿੰਨੇ ਵੀ ਐਲੀਗੇਸ਼ਨ ਲਾਏ he should correct his facts, and whoever that person is needs to come in the front and talk to us or anyone before putting these kind of allegations. Okay sir, ਜਿਹੜੀ ਚੀਜ਼ ਦੀ ਕੋਈ ਸੱਚਾਈ ਨਹੀਂ ਹੈ ਉਹਦੇ ਬਾਰੇ ਨਹੀਂ ਬੋਲਣਾ ਚਾਹੀਦਾ ਲੋਕਾਂ ਨੇ। ਨੋ ਪ੍ਰੋਬਲਮ ਸਰ। ਸਾਡਾ ਤਾਂ ਦੇਖੋ ਇੱਕ ਹੈਗਾ ਕਿ ਅਗਰ ਅਸੀਂ ਉਹਨਾਂ ਦਾ ਪੱਖ ਸੁਣਿਆ ਤਾਂ ਤੁਹਾਡਾ ਪੱਖ ਲੈਣਾ ਸਾਡੀ ਰਿਸਪੌਂਸਿਬਿਲਿਟੀ ਬਣਦੀ। नहीं डेफिनेटली प्लस सर आई डोंट ओन एनी अकेडमी। एजीएट में गया ही नहीं पिछले 1 साल तो ऑलमोस्ट 10-11 महीने तो आई डोंट नो क्या कह रहे हैं। ठीक है सर, थैंक यू।